किस तरह देखते हो अंदोलन कित्थे जे खड़ा नज़र आउंदा और अगला पासा नज़र की आ रहा है? बड़ी वाहिगुरू की कृपा है कि अंदोलन चढ़दी कला च है। अंदोलन दे विच कई जिहड़ियां कॉल सीगीਆਂ ਉਹ ਵਿਲੱਖਣ ਰਹੀਆਂ, ਜਿਹਦੇ ਵਿੱਚ ਖਾਸ ਕਰ ਇਹ ਜਿਹੜੀ ਹੁਣ ਸੰਸਦ ਮਾਰਚ ਵਾਲੀ ਆ, ਤਾਂ ਬੜੇ ਬੜੇ ਬੁੱਧੀਜੀਵੀ ਵੀ ਹੈਰਾਨ ਹੈ ਵੀ ਇਹ ਤੁਹਾਨੂੰ ਕਿਹਨੇ ਰਾਏ ਦਿੱਤੀ, ਜਿਹਦੇ ਨਾਲ ਸਰਕਾਰ ਤੇ ਦਬਾਅ ਵੀ ਬੜਾ ਤੇ ਪੀਸਫੁਲੀ ਵੀ ਚੱਲ ਰਹੀ ਹੈ। ਕਹਿੰਦੇ ਕਿ ਅੰਦਰ ਖਾਤੇ ਗੱਲਾਂ ਬਾਤਾਂ ਵੀ ਹੋਈਆਂ ਨੇ ਥੋੜੀਆਂ ਬਹੁਤ, ਵੀ ਸਰਕਾਰ ਕਹਿੰਦੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮਸਲੇ ਦਾ ਹੱਲ ਨਿਕਲੇ। ਜਿਹੜੀ ਵਿਪ ਜਾਰੀ ਕੀਤੀ ਸੀ ਆਪਾਂ ਸਾਰੇ ਐਮਪੀਜ਼ ਨੂੰ, ਉਹਦਾ ਪ੍ਰਭਾਵ ਹੈ। ਅੰਦਰ ਰੌਲਾ ਪੈ ਰਿਹਾ, ਖੱਪ ਪੈ ਰਹੀ, ਰੋਜ਼ ਉਹਨੂੰ ਅੱਗੇ ਵਧਾ ਰਿਹਾ, ਸਤਗਤ ਕਰ ਦਿੰਦੇ ਆ ਉਹਨੂੰ। ਸਰਕਾਰ ਦੇ ਵਾਸਤੇ ਵੱਡੀ ਸ਼ਰਮ ਦੀ ਗੱਲ ਹੈ ਇਹ। ਬਹੁਮਤ ਹੈ ਉਹਨਾਂ ਦੇ ਕੋਲ, ਫਿਰ ਵੀ ਸੰਸਦ ਚੱਲ ਨਹੀਂ ਪਾ ਰਿਹਾ। ਰਾਜੇਵਾਲ ਹੋਣਾ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਇਹ ਕਿਵੇਂ ਚੱਲ ਰਿਹਾ ਅੰਦੋਲਨ, ਕਹਿੰਦੇ ਕੋਈ ਕੁਦਰਤ ਆਪੇ ਚਲਾ ਰਹੀ ਹੈ ਇਸ ਚੀਜ਼ ਨੂੰ। ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਇੱਕ ਦੱਸਾਂਗਾ, ਦੋ ਤਿੰਨ ਉਦਾਹਰਨਾਂ ਵੀ ਦੇਵਾਂਗਾ। ਸ਼ਿਕਾਇਤ ਦਾ ਰੋਣਾ ਔਰ ਲੋਕਾਂ ਦਾ ਚੱਲ ਕੇ ਆ ਜਾਣਾ, ਇਹ ਕਿੱਦਾਂ ਦਾ ਸਮੇਲ ਬਣਾਇਆ ਵਾਹਿਗੁਰੂ ਨੇ ਵੀ ਦੁਨੀਆ ਨਿਕਲ ਕੇ ਘਰਾਂ ਤੋਂ ਆ ਗਈ। ਹਰਿਆਣਾ ਜਿਹੜਾ 26 ਤੋਂ ਬਾਅਦ ਨਿਕਲਿਆ, ਬੇਸ਼ੁਮਾਰ ਉਹਨਾਂ ਨੇ ਤਾਂ ਪ੍ਰਣ ਕਰ ਲਿਆ ਵੀ ਅੱਜ ਸਾਡੇ ਪੰਜਾਬ ਵਾਲੇ ਭਰਾ ਬੈਠੇ ਆ, ਅੱਜ ਇਹਨਾਂ ਦੀ ਹਵਾ ਵੱਲ ਨੂੰ ਵੀ ਨਹੀਂ ਕੋਈ ਦੇਖੂਗਾ। ਡਰ ਲੱਗਿਆ ਕਦੇ ਕਿਸੇ ਗੱਲ ਨੂੰ ਲੈ ਕੇ? ਨਹੀਂ, ਡਰ ਇੱਕ ਗੱਲੋਂ ਲੱਗਦਾ। ਡਰ ਮੈਂ ਕਈ ਵਾਰ ਨਾ ਸਾਡੇ ਜਿਹੜੇ ਨੌਜਵਾਨ ਆ, ਉਹ ਤਕਾਲਾਂ ਨੂੰ ਕਿਤੇ ਨਾ ਕਿਤੇ ਲੋਕਲ ਲੋਕਾਂ ਨਾਲ ਫਸ ਪੈਂਦੇ, ਉਹ ਪੈ ਆਉਂਦਾ ਬਾਜ ਵੇਲੇ। ਇਹ ਅੰਦੋਲਨ ਜਿੰਨਾ ਵਧੀਆ ਸਮੂਥਲੀ ਚੱਲ ਰਿਹਾ, ਕਿਤੇ ਸਾਡਾ ਟਕਰਾਓ ਨਾ, ਇਸ ਗੱਲ ਦਾ ਡਰ ਲੱਗਦਾ, ਹੋਰ ਕੋਈ ਡਰ ਨਹੀਂ। ਹੋਰ ਤਾਂ ਬਿਲਕੁਲ ਚੜ੍ਹਦੀ ਕਲਾ 'ਚੋਂ ਆ। ਇਹ ਦ੍ਰਿੜ ਇਰਾਦੇ ਆ ਤਾਂ ਪਰਿਵਾਰਾਂ ਨੂੰ ਕਹਿਤਾ ਹੋਇਆ। ਅੰਦੋਲਨ ਨੂੰ ਲੈ ਕੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਭ ਕੁਝ ਸਮਰਪਿਤ ਕਰਤਾ 2024 ਤੱਕ, ਘਰ ਵਾਲਿਆਂ ਨੂੰ, ਪਰਿਵਾਰਕ ਮੈਂਬਰਾਂ ਨੂੰ ਕਹਿਤਾ ਵੀ ਅਸੀਂ 2024 ਲਈ ਸਮਰਪਿਤ ਆ। ਅੰਦੋਲਨ ਨੂੰ ਲੈ ਕੇ ਇਮੋਸ਼ਨਲ ਹੋਏ ਹੋ ਕਦੇ? ਬਿਲਕੁਲ ਜੀ ਬਿਲਕੁਲ, ਖਾਸ ਕਰ 26 ਨੂੰ, ਕਿਉਂਕਿ 26 ਜਨਵਰੀ ਨੂੰ ਮੇਰੀ ਡਿਊਟੀ ਲੱਗੀ ਹੋ ਸੀ ਐਜ਼ ਏ ਵਲੰਟੀਅਰ ਇੰਚਾਰਜ ਦੀ। ਵੀ ਯਾਰ ਮਾਵਾਂ ਨੇ ਪੁੱਤ ਸਾਡੇ ਨਾਲ ਤੁਰੇ ਆ, ਉਹ ਭੈਣਾਂ ਨੇ ਭਰਾ ਸਾਡੇ ਨਾਲ ਤੁਰੇ ਆ, ਅਸੀਂ ਉਹ ਕੀ ਜਵਾਬ ਦੇਵਾਂਗੇ ਜੇ ਅੰਦਰ ਕੋਈ ਕੈਜੂਅਲਟੀ ਹੋ ਜਾਂਦੀ ਆ, ਸਰਕਾਰ ਅੰਦਰ ਕੋਈ ਗੋਲੀ ਚਲਾਉਂਦੀ ਆ, ਉੱਥੇ ਕੋਈ ਵਾਕਿਆ ਸਾਡੇ ਭਰਾਵਾਂ ਤੇ ਵਾਪਰ ਗਿਆ ਤੇ ਕਹਿਣਾ ਇਹ ਖਰੇ ਪੂਛ ਦਬਾ ਕੇ ਦੌੜ ਕੇ ਪਿੱਠ ਦਿਖਾ ਕੇ ਦੌੜ ਗਏ। ਉਹ ਯਾਰ ਅਸੀਂ ਤਾਂ ਮਰਨ ਵਾਲੇ ਆ, ਪਿੱਠ ਕਿਵੇਂ ਦਿਖਾ ਦਾਂਗੇ? ਸਾਨੂੰ ਤਾਂ ਗੁਰੂ ਸਾਹਿਬ ਨੇ ਦੱਸਿਆ ਹੀ ਨਹੀਂ ਪਿੱਠ ਦਿਖਾਉਣੀ, ਅਸੀਂ ਕਿਵੇਂ ਪਿੱਠ ਦਿਖਾ ਦੇਵਾਂਗੇ? ਟਿਕਰੀ ਸਿੰਘੂ ਤੇ ਗਾਜੀਪੁਰ ਬਾਰਡਰ ਤੇ ਕਿਸਾਨ ਲਗਾਤਾਰ ਡਟ ਕੇ ਬੈਠੇ ਨੇ। ਹੱਲਾ ਬੋਲ ਲਗਾਤਾਰ ਜਾਰੀ ਹੈ, ਕਿਹਾ ਇਹੋ ਜਾ ਰਿਹਾ, ਮੰਗ ਇਹੋ ਕੀਤੀ ਜਾ ਰਹੀ ਕਿ ਖੇਤੀਬਾੜੀ ਕਾਨੂੰਨ ਕੇਂਦਰ ਸਰਕਾਰ ਰੱਦ ਕਰ ਦੇਵੇ, ਵਾਪਸ ਲੈ ਲਵੇ। तमाम ਸਿਆਸੀ ਪਾਰਟੀਆਂ ਵੀ ਹੁਣ ਤਾਂ ਇਹ ਗੱਲ ਕਹਿ ਰਹੀਆਂ ਨੇ ਕਿ ਇਹ ਕਾਨੂੰਨ ਕੇਂਦਰ ਸਰਕਾਰ ਗਲਤ ਲੈ ਕੇ ਆਈ ਹੈ ਔਰ ਇਹਨਾਂ ਦਾ ਵਿਰੋਧ ਹੋਣਾ ਚਾਹੀਦਾ। ਮਨਜੀਤ ਰਾਏ ਕਿਸਾਨ ਆਗੂ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ। ਰਾਏ ਸਾਹਿਬ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ। ਬਹੁਤ ਬਹੁਤ ਪ੍ਰੋ ਪੰਜਾਬ ਟੀਵੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜੀ। ਕਿਸ ਤਰ੍ਹਾਂ ਦੇਖਦੇ ਹੋ ਅੰਦੋਲਨ ਕਿੱਥੇ ਜੇ ਖੜਾ ਨਜ਼ਰ ਆਉਂਦਾ ਔਰ ਅਗਲਾ ਪਾਸਾ ਨਜ਼ਰ ਕੀ ਆ ਰਿਹਾ? ਬੜੀ ਵਾਹਿਗੁਰੂ ਦੀ ਕਿਰਪਾ ਹੈ ਕਿ ਅੰਦੋਲਨ ਚੜ੍ਹਦੀ ਕਲਾ 'ਚ ਹੈ ਔਰ ਇਸ ਵੇਲੇ ਸੰਗਤਾਂ, ਕਿਉਂਕਿ ਸਾਡਾ ਨਾ ਫਗਵਾੜੇ ਲੰਗਰ ਹੈ ਜਥੇਬੰਦੀ ਦਾ, ਜਿਹੜਾ ਮੇਨ ਜਥੇਬੰਦੀ ਦਾ ਲੰਗਰ ਹੈ। ਜਿਹੜੀਆਂ ਸੰਗਤਾਂ ਮਾਝੇ ਤੋਂ ਦੁਆਬੇ ਤੋਂ ਸੰਗਤਾਂ ਆਉਣੀਆਂ ਨੇ, ਉਹ ਸਾਰੀਆਂ ਸੰਗਤਾਂ ਉੱਥੇ ਲੰਗਰ 'ਤੇ ਰੁਕ ਕੇ ਆਉਣੀਆਂ, ਅਤੇ ਉੱਥੋਂ ਸਾਨੂੰ ਪਤਾ ਲੱਗ ਜਾਂਦਾ ਵੀ ਜਦੋਂ ਸੰਗਤ ਘੱਟ ਜੇ ਆਉਣ ਜਾਣ ਵਾਲੀ, ਫਿਰ ਲੱਗਦਾ ਵੀ ਅੰਦੋਲਨ ਦੇ ਵਿੱਚ ਥੋੜ੍ਹਾ ਸੰਖਿਆ ਘਟੀ ਆ। ਅਤੇ ਹੁਣ ਉੱਥੇ ਬੜਾ ਰਸ਼ ਰਹਿੰਦਾ ਲੰਗਰ 'ਤੇ। ਉਹਦਾ ਮਤਲਬ ਇਹ ਆ ਵੀ ਲੋਕ ਮੁੜ ਕੇ ਫਿਰ ਆਉਣੇ ਸ਼ੁਰੂ ਹੋ ਗਏ। ਇਹਦੇ ਵਿੱਚ ਦੁਬਾਰਾ ਫਿਰ ਰੂਹ ਭਰ ਗਈ ਅੰਦੋਲਨ 'ਚ। ਇੱਕ ਜਿਹੜਾ ਆਪਾਂ ਸੰਸਦ ਮਾਰਚ ਰੱਖਿਆ, ਇਹਦੇ ਨਾਲ ਵੀ ਲੋਕਾਂ ਦੇ ਵਿੱਚ ਇੱਕ ਰੂਹ ਭਰੀ ਹੈ, ਇੱਕ ਨਵਾਂ ਇਹ ਵਿਲੱਖਣਤਾ ਰਹੀ ਹੈ ਕਿ ਅੰਦੋਲਨ ਦੇ ਵਿੱਚ ਕਈ ਜਿਹੜੀਆਂ ਕੌਲ ਸੀਗੀਆਂ ਉਹ ਵਿਲੱਖਣ ਰਹੀਆਂ, ਜਿਹਦੇ ਵਿੱਚ ਖਾਸ ਕਰ ਇਹ ਜਿਹੜੀ ਹੁਣ ਸੰਸਦ ਮਾਰਚ ਵਾਲੀ ਆ, ਜਿਹਨੂੰ ਬੁੱਧੀਜੀਵੀਆਂ ਨੇ ਵੀ ਸਰਾਇਆ ਵੀ ਯਾਰ ਇਹ ਤਾਂ ਬੜੀ ਸੋਚ ਸਮਝ ਕੇ ਕੌਲ ਦਿੱਤੀ ਗਈ ਆ, ਜਿਹਦੇ ਨਾਲ ਸਰਕਾਰ ਤੇ ਦਬਾਅ ਵੀ ਬੜਾ ਤੇ ਪੀਸਫੁਲੀ ਵੀ ਚੱਲ ਰਹੀ ਹੈ, ਤੇ ਇਹਦੇ ਨਾਲ ਦੀ ਕੌਲ ਹੋ ਨਹੀਂ ਸਕਦੀ। ਵੀ ਇਹ ਤਾਂ ਬੜੇ ਬੜੇ ਬੁੱਧੀਜੀਵੀ ਵੀ ਹੈਰਾਨ ਹੈ ਵੀ ਇਹ ਤੁਹਾਨੂੰ ਕਿਹਨੇ ਰਾਏ ਦਿੱਤੀ। ਇਹ ਮਤਲਬ ਵਾਹਿਗੁਰੂ ਦੀ ਕਿਰਪਾ ਆ ਵੀ ਸਾਰੇ ਹੀ, ਪਹਿਲਾਂ ਬੱਤੀਆਂ ਨੇ ਵਿਚਾਰਿਆ, ਫਿਰ ਸੰਯੁਕਤ ਨੇ ਵਿਚਾਰਿਆ, ਇਹ ਭਾਰਤ ਦੇ ਸਾਰੇ ਦੇਸ਼ ਦੇ ਕਿਸਾਨਾਂ ਨੇ ਵਿਚਾਰਿਆ, ਔਰ ਇਹ ਮੈਂ ਸਮਝਦਾ ਪੂਰੀ ਚੜ੍ਹਦੀ ਕਲਾ 'ਚ ਅੰਦੋਲਨ ਹੈ ਇਸ ਲਈ। ਠੀਕ ਹੈ, ਸਰਕਾਰ ਤੇ ਕਿੰਨਾ ਪ੍ਰੈਸ਼ਰ ਨਜ਼ਰ ਆਉਂਦਾ? ਕਹਿੰਦੇ ਕਿ ਅੰਦਰ ਖਾਤੇ ਗੱਲਾਂ ਬਾਤਾਂ ਵੀ ਹੋਈਆਂ ਨੇ ਥੋੜ੍ਹੀਆਂ ਬਹੁਤ, ਵੀ ਸਰਕਾਰ ਕਹਿੰਦੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮਸਲੇ ਦਾ ਹੱਲ ਨਿਕਲੇ। ਦੇਖੋ, ਅੰਦਰ ਖਾਤੇ ਵਾਲੀ ਗੱਲ ਤਾਂ ਉਹ ਸੀਨੀਅਰ ਲੀਡਰ ਦੱਸਣਗੇ, ਸਾਡਾ ਤਾਂ ਅਜੇ ਅਸੀਂ ਜੂਨੀਅਰ 'ਚ ਆਪਣੇ ਆਪ ਨੂੰ ਮੰਨਦੇ ਹਾਂ। ਪਰ ਇਹ ਮੈਂ ਕਹਾਂਗਾ ਵੀ ਇੱਥੋਂ ਨਜ਼ਰ ਆ ਜਾਂਦਾ ਕਿ ਸਰਕਾਰ ਦੇ ਵਾਸਤੇ ਵੱਡੀ ਸ਼ਰਮ ਦੀ ਗੱਲ ਹੈ ਇਹ ਵੀ ਸੰਸਦ ਉਹਨਾਂ ਦਾ ਚੱਲ ਨਹੀਂ ਪਾ ਰਿਹਾ, ਬਹੁਮਤ ਹੈ ਉਹਨਾਂ ਦੇ ਕੋਲ, ਫਿਰ ਵੀ ਸੰਸਦ ਚੱਲ ਨਹੀਂ ਪਾ ਰਿਹਾ। ਇਹਦਾ ਮਤਲਬ ਕੀ ਹੈ
ਕਿ ਅੰਦੋਲਨ ਦਾ ਪ੍ਰਭਾਵ ਹੈ, ਜਿਹੜੀ ਵਿਪ ਜਾਰੀ ਕੀਤੀ ਸੀ ਆਪਾਂ ਸਾਰੇ ਐਮਪੀਜ਼ ਨੂੰ, ਉਹਦਾ ਪ੍ਰਭਾਵ ਹੈ। ਅੰਦਰ ਰੌਲਾ ਪੈ ਰਿਹਾ, ਖੱਪ ਪੈ ਰਹੀ, ਰੋਜ਼ ਉਹਨੂੰ ਅੱਗੇ ਵਧਾ ਰਿਹਾ, ਸਥਗਿਤ ਕਰ ਦਿੰਦੇ ਆ ਉਹਨੂੰ। ਕਹਿਣ ਦਾ ਭਾਵ ਹੈ ਕਿ ਇੱਕ ਤਰ੍ਹਾਂ ਦਾ ਇਸ ਅੰਦੋਲਨ ਦੇ ਵਿੱਚ ਇੱਦਾਂ ਦੀ ਵਾਹਿਗੁਰੂ ਕਿਰਪਾ ਆ ਵੀ ਇੱਦਾਂ ਦੀ ਚੜ੍ਹਤ ਹੋ ਜਾਂਦੀ ਹੈ ਅੰਦੋਲਨ ਦੀ। ਸਰਕਾਰ ਸੋਚਦੀ ਹੈ ਕਿਸੇ ਤਰ੍ਹਾਂ ਵੀ ਇਹਨੂੰ ਅੰਦੋਲਨ ਨੂੰ ਨੀਵਾਂ ਕਰੀਏ, ਪਰ ਕੁਦਰਤੀ ਤੌਰ 'ਤੇ ਅੰਦੋਲਨ ਜਿਹੜਾ ਆ ਉਹ ਅੱਪ ਜਾਂਦਾ ਹੈ। ਸੋ ਇਸ ਕਰਕੇ ਅੰਦੋਲਨ 'ਚ ਬਹੁਤ ਗਿਰਾਵਟਾਂ ਵੀ ਆਈਆਂ, ਥੱਲੇ ਵੀ ਆਇਆ ਅਤੇ ਉੱਪਰ ਵੀ। ਇਹ ਕਹਿ ਸਕਦੇ ਹਾਂ ਆਪਾਂ ਵੀ ਇਹ ਅੰਦੋਲਨ ਦੀ ਇੱਕ ਖਾਸੀਅਤ ਆ, ਵਿਲੱਖਣਤਾ ਹੈ ਕਿ ਅੱਜ ਜਿਹੜਾ ਅੰਦੋਲਨ ਹੈ ਫਿਰ ਉਹ ਪੀਕ 'ਤੇ ਖੜਾ ਹੈ। ਬਲਵੀਰ ਸਿੰਘ ਰਾਜੇਵਾਲ ਹੋਣਾ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਇਹ ਕਿਵੇਂ ਚੱਲ ਰਿਹਾ ਅੰਦੋਲਨ, ਕਹਿੰਦੇ ਕੋਈ ਕੁਦਰਤ ਆਪੇ ਚਲਾ ਰਹੀ ਹੈ ਇਸ ਚੀਜ਼ ਨੂੰ। ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਇੱਕ ਦੱਸਾਂਗਾ, 2-3 ਉਦਾਹਰਨਾਂ ਵੀ ਦੇਵਾਂਗਾ ਕਿ ਮੈਂ ਇਹਦੇ ਵਿੱਚ ਹੀ ਇੱਥੇ ਅੰਦੋਲਨ 'ਚ ਰਹਿ ਕੇ, ਕਿਉਂਕਿ ਮੈਂ ਸ਼ੁਰੂ ਤੋਂ ਬਹੁਤ ਘੱਟ ਘਰੇ ਗਿਆ ਹੈ ਮੈਂ 3-4 ਵਾਰੀ, ਪਰ ਬਹੁਤ ਐਵੇਂ 1-2 ਦਿਨ ਲਈ 3 ਦਿਨ ਲਈ ਇੱਦਾਂ ਜਾਂਦਾ ਰਿਹਾ। ਮੈਂ ਇੱਥੇ ਹੀ ਰਿਹਾ ਅਤੇ ਇੱਥੇ ਅੰਦੋਲਨ ਦੇ ਵਿੱਚ ਉਹਦੀ ਕਲਾ ਵਰਤ ਰਹੀ ਹੈ। ਜਦੋਂ 26 ਵਾਲਾ ਵਾਕਿਆ ਹੋਇਆ, ਕਿਉਂਕਿ 26 ਤੱਕ ਤਾਂ ਪੂਰੀ ਚੜ੍ਹਾਈ ਰਹੀ ਸੀ, ਅਤੇ 26 ਵਾਲਾ ਜਦੋਂ ਵਾਕਿਆ ਹੋਇਆ ਉਸ ਤੋਂ ਬਾਅਦ ਸਰਕਾਰ ਨੇ ਅੰਦੋਲਨ ਨੂੰ ਇਸ ਤਰ੍ਹਾਂ ਪੇਸ਼ ਕੀਤਾ, ਸਾਡੇ ਨੈੱਟ ਬੰਦ ਕਰਤੇ, ਆਪਣੇ ਮੀਡੀਆ ਰਾਹੀਂ ਪ੍ਰਚਾਰ ਇਹ ਕਰਤਾ ਵੀ ਇਹ ਅੰਦੋਲਨ 'ਚੋਂ ਜੀ ਲੋਕ ਚਲੇ ਗਏ, ਹੈ ਨਾ। ਤੁਹਾਡੇ ਚੈਨਲਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਇਹ ਲੋਕਾਂ ਨੂੰ ਵਿਖਾਈਏ ਸੱਚ ਵੀ ਨਹੀਂ ਅੰਦੋਲਨ ਟਿਕਿਆ ਹੋਇਆ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਜਿਹੜੀਆਂ ਲਾਈਨ ਵੱਜੀ ਜਾਂਦੀ ਦੀਦੀ ਸੀ, ਕਿਉਂਕਿ ਆਉਣੇ ਤਾਂ ਸ਼ੁਰੂ ਹੋ ਗਏ ਸੀ 20 ਤਰੀਕ ਤੋਂ, ਅਤੇ ਉਹ ਇੱਕੋ ਦਿਨ ਹੀ ਜਿਹੜੇ ਮੁੜ ਪਏ 27 ਨੂੰ, ਤਾਂ ਲੱਗਾ ਵੀ ਦੁਨੀਆ ਬਹੁਤ ਚਲੀ ਗਈ, ਅੰਦੋਲਨ 'ਚ ਗਿਰਾਵਟ ਆ ਗਈ। ਅਤੇ ਫਿਰ 28 ਨੂੰ ਜਿਹੜਾ ਵਾਕਿਆ ਸਰਕਾਰ ਨੇ ਕੀਤਾ ਉਹ ਬੜਾ ਨਿੰਦਣਯੋਗ ਸੀਗਾ। ਸਰਕਾਰ ਨੇ ਇੱਕ ਚਾਲ ਚੱਲੀ ਵੀ ਲੋਕਲ ਬੀਜੇਪੀ ਦੇ ਕੁਛ ਗਾਜੀਪੁਰ, ਕੁਛ ਇੱਥੇ ਸਿੰਘੂ, ਕੁਛ ਟਿਕਰੀ, ਇੱਦਾਂ ਬੰਦੇ ਇਕੱਠੇ ਕਰਕੇ ਜਿਹੜੇ ਆ ਉਹ ਪੇਸ਼ ਕਰਤੇ। ਜਦੋਂ ਉਹ ਸਾਰੇ ਭੇਜੇ ਨੇ, ਉਹ ਭੇਜਣ ਤੋਂ ਬਾਅਦ ਹਾਲਾਤ ਇੱਦਾਂ ਦੇ ਕ੍ਰੀਏਟ ਹੋ ਗਏ, ਮੈਂ ਤੁਹਾਨੂੰ ਦੱਸਾਂਗਾ ਵੀ ਇੰਜ ਲੱਗਣ ਲੱਗ ਪਿਆ ਸੀ ਵੀ ਯਾਰ ਇਹ ਮਤਲਬ ਸਰਕਾਰ ਕੀ ਕਰੂਗੀ ਹੁਣ, ਇੱਦਾਂ ਦੇ ਹਾਲਾਤ ਪੈਦਾ ਕਰੂਗੀ। ਪਰ ਮਾਲਕ ਨੇ ਦੇਖੋ ਇੱਕ ਟਕੈਤ ਉਹਨਾਂ ਦੇ ਰੋਣ ਦੇ ਨਾਲ ਦੁਨੀਆ ਉੱਭਰ ਆਈ, ਉੱਠ ਕੇ ਆ ਗਈ। ਇਹ ਇਕੱਲੇ ਟਕੈਤ ਦੇ ਰੋਣ ਨਾਲ ਨਹੀਂ ਇਹਨੂੰ ਕਹਿ ਸਕਦੇ, ਇਹਦੇ ਵਿੱਚ ਪਰਮਾਤਮਾ ਦੀ ਦੇਣ ਆ, ਵਾਹਿਗੁਰੂ ਦੀ ਦੇਣ ਹੈ। ਟਕੈਤ ਦਾ ਰੋਣਾ ਔਰ ਲੋਕਾਂ ਦਾ ਚੱਲ ਕੇ ਆ ਜਾਣਾ, ਇਹ ਕਿੱਦਾਂ ਦਾ ਸਮੇਲ ਬਣਾਇਆ ਵਾਹਿਗੁਰੂ ਨੇ ਵੀ ਦੁਨੀਆ ਨਿਕਲ ਕੇ ਘਰਾਂ ਤੋਂ ਆ ਗਈ ਵੀ ਇਹ ਅੰਦੋਲਨ ਦੇ ਵਿੱਚ ਆਪਾਂ ਇਹ ਅੰਦੋਲਨ ਟਿਕਾਉਣਾ ਹੈ। ਖਾਸ ਕਰ ਹਰਿਆਣੇ ਦਾ ਜਿਹੜਾ ਯੋਗਦਾਨ, ਹਰਿਆਣਾ ਪਹਿਲਾਂ ਵੀ ਬਹੁਤ ਜ਼ਿਆਦਾ ਤਾਦਾਦ ਸੀ, ਪਰ ਹਰਿਆਣਾ ਜਿਹੜਾ 26 ਤੋਂ ਬਾਅਦ ਨਿਕਲਿਆ ਬੇਸ਼ੁਮਾਰ, ਉਹਨਾਂ ਨੇ ਤਾਂ ਪ੍ਰਣ ਕਰ ਲਿਆ ਵੀ ਅੱਜ ਸਾਡੇ ਪੰਜਾਬ ਵਾਲੇ ਭਰਾ ਬੈਠੇ ਆ, ਅੱਜ ਇਹਨਾਂ ਦੀ ਹਵਾ ਵੱਲ ਨੂੰ ਵੀ ਨਹੀਂ ਕੋਈ ਦੇਖੂਗਾ। ਸੋ ਇਸ ਕਰਕੇ ਇਹ ਜਿਹੜਾ ਸਾਰਾ ਕੁਝ ਜੋ ਵਾਕਿਆ ਸੀਗਾ, ਇਹਨੂੰ ਵੇਖਦੇ ਹੋਏ ਇਹ ਹਾਲਾਤਾਂ ਦੇ ਵਿੱਚ ਉਹ ਮਤਲਬ ਅੰਦੋਲਨ ਦੀ ਇੱਕ ਤਰ੍ਹਾਂ ਕਹਿ ਦਿਓ ਵੀ ਗੜ੍ਹ ਵੱਜ ਗਿਆ, ਅੰਦੋਲਨ ਦੀ ਨੀਂਹ ਪੱਕੀ ਹੋ ਗਈ ਉਹਦੇ ਨਾਲ। ਅਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵਿਕਰਮ ਜੀ, ਅਸਲ ਦੇ ਵਿੱਚ ਮੈਂ ਜਦੋਂ ਪਹਿਲੇ ਦਿਨ ਤੋਂ ਆਏ, ਆਪਾਂ ਘਰੋਂ 25 ਨਵੰਬਰੋਂ ਚੱਲੇ ਸੀ, ਅਤੇ ਆਪਾਂ 26 ਜਨਵਰੀ ਤੱਕ ਤਾਂ ਗਏ ਹੀ ਨਹੀਂ ਘਰ ਨੂੰ, ਪਹਿਲੇ 2 ਮਹੀਨੇ ਗਏ ਹੀ ਨਹੀਂ, ਇੱਕ ਦਿਨ ਵੀ ਨਹੀਂ ਗਿਆ ਮੈਂ। ਅਤੇ ਜਦੋਂ 26 ਤੋਂ ਬਾਅਦ 27 ਨੂੰ ਥੋੜ੍ਹਾ ਜਿਹਾ ਟਿਕਿਆ ਲੱਗਾ ਵੀ ਚਲੋ ਹੁਣ ਥੋੜ੍ਹਾ ਜਿਹਾ ਸ਼ਾਂਤੀ ਵਾਲਾ ਮਾਹੌਲ ਬਣ ਗਿਆ। ਕੁਛ ਲੋਕ ਜਿਹੜੇ ਜਾਣ ਵਾਲੇ ਸੀ ਆਏ, ਜਾਣ ਲਈ ਸੀ ਵਾਪਸ, ਨਹੀਂ 26 ਦੀ ਕਾਲ ਲਈ ਆਏ ਸਨ ਵੀ ਆਪਾਂ ਵੀ 2 ਦਿਨ ਘਰ ਮਾਰ ਆਈਏ ਗੇੜਾ। ਜਦੋਂ 28 ਨੂੰ ਸ਼ਾਮ ਨੂੰ ਘਰੇ ਜਾ ਕੇ ਗੱਡੀ 'ਚ ਉਤਰਨ ਲੱਗੇ, ਅਤੇ ਜਦੋਂ ਉਹ ਦੇਖਿਆ ਮਾਹੌਲ ਇੱਦਾਂ ਦਾ ਕ੍ਰੀਏਟ ਹੋ ਗਿਆ ਵੀ ਬੀਜੇਪੀ ਵਾਲੇ ਐਂ ਕਰਨ ਲੱਗ ਪਏ, ਮੈਂ ਆਪਣੇ ਸਾਥੀਆਂ ਨੂੰ ਕਿਹਾ ਚਲੋ ਵਾਪਸ ਮੁੜ ਚਲੀਏ ਆਪਾਂ, ਯਾਰ ਇਹ ਠੀਕ ਨਹੀਂ, ਇਹ ਤਾਂ ਬਹੁਤ ਮਤਲਬ ਗਲਤ ਹੋ ਗਿਆ, ਆਪਾਂ ਇਸ ਗੱਲ ਨੂੰ ਇਹ ਕਰ ਲਈਏ ਵੀ ਇਹ ਜੋ ਕੁਛ ਹੋਇਆ ਬੜਾ ਗਲਤ ਆ, ਇਹਨੂੰ ਆਪਾਂ ਟਿਕਾ ਲਈਏ, ਆਪਾਂ ਹੁਣ ਸਾਰੇ ਜਣੇ ਚੱਲੀਏ। ਉਹ ਕਿਤੇ ਨਾ ਕਿਤੇ ਆਪਾਂ ਨੂੰ ਉਹਦੇ ਵਿੱਚ ਮੈਂ ਸਮਝਾਂਗਾ ਵੀ ਉਸਲੇ ਭਾਵਕ ਵੀ ਹੋਏ, ਹਿਰਦੇ ਵੀ ਰੋਇਆ, ਬਲੂੰਗੜੇ ਗਏ ਹਿਰਦੇ ਵੀ ਆਪਾਂ ਨੂੰ ਉੱਥੇ ਜਾਣਾ ਚਾਹੀਦਾ, ਪਹੁੰਚਣਾ ਚਾਹੀਦਾ। ਸੋ ਇਹ ਕਈ ਗੱਲਾਂ ਇੱਦਾਂ ਦੀਆਂ ਜਿਹੜੀਆਂ ਇਸ ਅੰਦੋਲਨ 'ਚ ਉਤਾਰ ਆਏ, ਚੜ੍ਹਾਅ ਆਏ। ਹੁਣ ਅੰਦੋਲਨ ਜਿਹੜਾ ਪੂਰੀ ਚੜ੍ਹਤ 'ਤੇ ਹੈ, ਜਿਹੜੀ ਗੱਲ ਉਹ ਕਹੀ ਆ ਨਾ ਰਾਜੇਵਾਲ ਸਾਹਿਬ ਨੇ ਵੀ ਇਹ ਕਿੱਦਾਂ ਅੰਦੋਲਨ ਚੱਲ ਰਿਹਾ, ਉਹ ਮੈਂ ਤੁਹਾਨੂੰ ਦੱਸੂੰਗਾ। ਇਹਦੇ ਵਿੱਚ ਉਦਾਹਰਨ ਆ 2-3। ਮੈਂ ਸਾਡੇ KFC ਵਾਲੇ ਮੁੰਡੇ, ਕਬੱਡੀ ਵਾਲੇ, ਉਹ ਉੱਥੇ ਨਾ ਇੱਥੋਂ ਸਾਡੇ ਸਾਥੀ ਸੀ, ਉਹਨੇ ਦੁੱਧ ਦਾ ਲੰਗਰ ਲਾਇਆ ਸੀਗਾ, ਕਾਜੂ ਕੁਜੂ ਪਾ ਕੇ ਉਹ ਦੁੱਧ ਛਕਾਉਂਦੇ ਸੀ ਲੋਕਾਂ ਨੂੰ, ਕੇਸਰ ਪਾ ਕੇ। ਉਹ ਦੁੱਧ ਦਾ ਲੰਗਰ ਜਿਹੜਾ ਸੀ ਉਹ ਉਹਨਾਂ ਕੋਲ ਚਲੇ ਗਏ ਉੱਥੇ ਲੈ ਕੇ ਦੁੱਧ ਗਰਮ, ਵੀ ਤੁਹਾਡੇ ਲਈ ਮੈਂ ਲੈ ਕੇ ਆਇਆ। ਉਹਨਾਂ ਕਹਿੰਦਾ ਹੋਰ ਤਾਂ ਨਹੀਂ ਕੁਛ, ਨਾ ਨਹੀਂ ਖਾਣਾ, ਮੁੰਡਾ ਕਬੱਡੀ ਵਾਲਾ ਨਾ ਨਹੀਂ ਮੰਗੀ ਹੋਣੀ, ਉਹ ਸਾਰੇ ਉੱਥੇ KFC ਪਹਿਲੇ ਦਿਨ ਤੋਂ ਲੰਗਰ। ਉਹ ਕਹਿੰਦਾ ਜੀ ਬਿਰਜੂ ਦੀ ਬਰਫੀ ਖਾਣ ਨੂੰ ਰੂਹ ਕਰਦੀ ਹੈ। ਉਹ ਕਹਿੰਦਾ ਜੀ ਬਿਰਜੂ ਦੀ ਬਰਫੀ ਲੈ ਆਉਂਦੇ ਆ, ਮੰਗਾ ਲਾਂਗੇ ਬਿਰਜੂ ਦੀ ਬਰਫੀ। ਜਦੋਂ ਨੇ ਇਹ ਗੱਲ ਕਹੀ ਨਾ ਵੀ ਮੰਗਾ ਲਾਂਗੇ ਬਿਰਜੂ ਦੀ ਬਰਫੀ, ਅਤੇ ਉਹ ਕਹਿ ਕੇ ਅਜੇ ਘਰ ਨੂੰ ਆਇਆ, ਇੱਥੇ ਆਪਣੇ ਕੈਂਪ 'ਚ ਆਇਆ। ਜਦੋਂ ਆਪਣੇ ਕੈਂਪ 'ਚ ਆਇਆ ਨਾ, ਅਤੇ ਉਹ ਤਾਂ ਕਿਹਾ ਵੀ ਮੈਂ ਮੰਗਾਵਾਂਗਾ ਪੰਜਾਬ ਤੋਂ,
ਜਦੋਂ ਉਹਨੇ ਕਿਹਾ ਮੈਂ ਪੰਜਾਬ ਤੋਂ ਮੰਗਾਵਾਂਗਾ ਤਾਂ ਉਹ ਹਾਲਾਤ ਇਹ ਬਣ ਗਏ ਵੀ ਉਹ ਜੇ ਆ ਕੇ ਕੈਂਪ 'ਚ ਰੁਕਿਆ ਤਾਂ ਕੋਈ ਬੰਦੇ ਸੱਜਣ ਬਰਫੀ ਬਿਰਜੂ ਦੀ ਵੰਡਦੇ ਆ ਗਏ, ਉਹ 3 ਡੱਬੇ ਬਰਫੀ ਦੇ ਗਏ। ਉਹ ਉਹਨਾਂ ਪੈਰਾਂ 'ਚ ਹੀ ਵਾਪਸ ਮੁੜ ਗਿਆ, 2 ਡੱਬੇ ਲੈ ਕੇ 1 ਡੱਬਾ ਆਪਣੇ ਕੈਂਪ 'ਚ ਰੱਖ ਗਿਆ। ਤੇ ਉਹ ਨੰਨੀ ਕਹਿਣ ਲੱਗਾ ਵੀ ਭਾਜੀ ਤੁਸੀਂ ਕਿੱਦਾਂ ਮੰਗਾ ਲਈ, ਇਹ ਹਵਾਈ ਜਹਾਜ਼ ਰਾਹੀਂ ਮੰਗਾ ਲਈ ਬਰਫੀ, ਹੁਣੇ ਤਾਂ ਕਿਹਾ ਸੀ। ਕਹਿਣ ਦਾ ਭਾਵ ਤੁਸੀਂ ਮੂੰਹ 'ਚੋਂ ਜ਼ੁਬਾਨ 'ਚੋਂ ਕੱਢਦੇ ਉਹ ਚੀਜ਼ ਪਹਿਲਾਂ ਪੈਦਾ ਹੁੰਦੀ। ਮੇਰੇ ਨਾਲ ਇਹ 2-3 ਚਾਂਸ ਹੋਏ। ਮੈਂ ਇੱਕ ਦਿਨ ਇੱਥੋਂ ਤੁਰਿਆ ਆ ਰਿਹਾ ਤੇ ਰੇਹੜੀ ਲੱਗੀ ਉਹ ਖੀਰਿਆਂ ਦੀ, ਮੈਂ ਕੋਲ ਦੀ ਲੰਘ ਗਿਆ ਗੱਡੀ 'ਚ, ਬੰਦਾ ਲੰਘਿਆ ਆਉਂਦਾ ਧਿਆਨ ਬਾਅਦ 'ਚ ਮਾਰਦਾ। ਮੈਂ ਕਿਹਾ ਯਾਰ ਸਲਾਦ ਵਾਸਤੇ ਨਾਲ ਖੀਰੇ ਲੈ ਚੱਲਦੇ ਫੁਲਕਾ ਛਕਣ ਨੂੰ, ਤੇ ਰੂਹ ਬੜੀ ਕਰਦੀ ਸੀ। ਪਰ ਫਿਰ ਲੰਘ ਆਇਆ, ਮੈਂ ਕਿਹਾ ਚਲੋ ਹੁਣ ਕੱਲ੍ਹ ਨੂੰ ਸਹੀ। ਜਦੋਂ ਮੈਂ ਆਪਣੇ ਲੰਗਰ ਤੇ ਆਇਆ ਤੇ ਇੱਕ ਸਾਥੀ ਲੰਗਰ ਛਕਣ ਡਿਆ ਤੇ ਉਹ ਮੈਂ ਕਿਹਾ ਕਿਰਤੀ ਕਿਸਾਨ ਯੂਨੀਅਨ ਤੋਂ ਸੀ, ਉਹ ਲੰਗਰ ਇੱਥੇ ਛਕਦੇ ਸੀਗੇ, ਨਾਲ ਟਰਾਲੀਆਂ ਨੇ ਲੱਗ ਗਏ। ਉਹ ਮੈਨੂੰ ਕਹਿੰਦੇ ਪ੍ਰਧਾਨ ਜੀ ਤੁਹਾਨੂੰ ਮਿਲਣਾ ਸੀ, ਤੁਸੀਂ ਆ ਗਏ ਹੋ ਤੇ ਸਾਨੂੰ ਬੜੀ ਖੁਸ਼ੀ ਹੋਈ, ਆਪਾਂ ਬਹਿੰਦੇ ਹਾਂ ਇਕੱਠੇ। ਮੈਂ ਕਿਹਾ ਮੈਂ ਪ੍ਰਸ਼ਾਦਾ ਛਕਣਾ, ਮੈਂ ਥਾਲੀ ਸਬਜ਼ੀ ਪਾ ਕੇ ਲਿਆ। ਉਹਨਾਂ ਨੇ ਖੀਰਾ ਅੱਧਾ ਤੋੜ ਕੇ ਖਾ ਲਿਆ ਹੋਇਆ ਸੀ, ਅੱਧਾ ਲਪੇਟਿਆ ਸੀ ਲਿਫਾਫੇ 'ਚ, ਮੈਨੂੰ ਨਹੀਂ ਪਤਾ ਵੀ ਕੀ ਪਿਆ। ਜਦੋਂ ਮੈਂ ਉਹ ਖਾਣ ਲੱਗਾ ਨਾ ਪ੍ਰਸ਼ਾਦਾ, ਉਹ ਖੀਰਾ ਕੱਢ ਕੇ ਮੂਹਰੇ ਰੱਖਤਾ। ਮੈਂ ਕਿਹਾ ਵੀ ਦੇਖੋ ਮੇਰੇ ਰੂਹ 'ਚ ਸੀ, ਉਹ ਗੱਲ ਸਾਹਮਣੇ ਆ ਗਈ। ਫਿਰ ਜਿਸ ਦਿਨ ਚੰਡੀਗੜ੍ਹ ਹੁਣ 26 ਜੂਨ ਨੂੰ ਆ ਬਸ਼ਾਰਾਂ ਪਈਆਂ, ਮੇਰੇ ਦੋਨੋਂ ਮੋਬਾਈਲ ਭੇਜ ਗਏ। ਆਹ ਮੋਬਾਈਲ ਮੇਰਾ ਜਿਹੜਾ ਇਹਦੇ ਵਿੱਚ ਪਾਣੀ ਪੈ ਗਿਆ, ਇਹਦੀ ਆਵਾਜ਼ ਉਹਨੂੰ ਹਟ ਗਈ ਤੇ ਇਹਨੂੰ ਸਪੀਕਰ ਔਨ ਕਰਾਂ ਤਾਂ ਆਵਾਜ਼ ਸੁਣੇ। ਤੁਸੀਂ ਦੇਖੋ ਸਾਰੀ ਵਾਟ ਚੰਡੀਗੜ੍ਹ ਤੋਂ ਇੱਥੇ ਤੱਕ ਉਸੇ ਦਿਨ ਮੈਂ ਆ ਗਿਆ ਸੀ 26 ਜੂਨ ਨੂੰ। ਇੱਥੋਂ ਹੀ ਗਏ ਸੀ, ਇੱਥੋਂ ਨਹੀਂ ਮੁੜੇ ਚੰਡੀਗੜ੍ਹੋਂ, ਘਰ ਨਹੀਂ ਗਏ। ਜਦੋਂ ਉੱਥੇ ਰੇਡੀਓ ਮਾਲ ਕੋ ਆਏ ਨਾ, ਮੇਰੇ ਨਾਲ ਸਰਦਾਰ ਗੁਰਮੁਖ ਸਿੰਘ ਸੀ ਸਾਡੇ ਮੀਤ ਪ੍ਰਧਾਨ ਨੇ, ਤੇ ਉਸ ਵੇਲੇ ਮੈਂ ਸਪੀਕਰ, ਮੈਂ ਤਾਂ ਸੁਣਦਾ ਸਪੀਕਰ ਔਨ ਕਰਕੇ ਸੀ ਕਿਉਂਕਿ ਆਵਾਜ਼ ਉਹਦੀ ਆਉਂਦੀ ਨਹੀਂ ਸੀ, ਉਹ ਤੇ ਉਨੀ ਆਵਾਜ਼ ਆਉਂਦੀ ਸੀ ਜਦੋਂ ਸਪੀਕਰ ਔਨ ਕਰਕੇ, ਜਿਹਦੀ ਉੱਦਾਂ ਇਹਦੀ ਨੋਰਮਲ ਆਵਾਜ਼ ਹੁੰਦੀ ਹੈ। ਜਦੋਂ ਮੈਂ ਸਪੀਕਰ ਔਨ ਕੀਤਾ ਇਹਦੀ ਆਵਾਜ਼ ਬਹੁਤ ਹੋ ਗਈ, ਮੈਨੂੰ ਲੱਗਾ ਠੀਕ ਹੋ ਗਿਆ ਯਾਰ। ਮੈਂ ਸਪੀਕਰ ਬੰਦ ਕਰਕੇ ਸੁਣਿਆ ਤੇ ਉਹ ਠੀਕ ਚੱਲ ਪਿਆ। ਤੁਸੀਂ ਵੇਖੋ, ਮੈਂ ਕਿਹਾ ਗੁਰਮੁਖ ਭਾਜੀ ਵੀ ਦੇਖੋ ਉੱਥੋਂ ਮੋਬਾਈਲ ਮੈਂ ਸੁਣਦਾ ਆਇਆ, ਮਸੀਂ ਆਵਾਜ਼ ਸੁਣਦੀ ਸੀ ਸਪੀਕਰ ਔਨ ਕਰਕੇ। ਅੰਦੋਲਨ ਦੇ ਵਿੱਚ ਹੈ ਕੁਛ, ਇੱਥੇ ਉਹਦਾ ਅਕਾਲ ਪੁਰਖ ਦਾ ਭਾਣਾ ਵਰਤ ਰਿਹਾ, ਉਹਦੀ ਕਲਾ ਵਰਤ ਰਹੀ ਹੈ। ਮੈਂ ਕਿਹਾ ਇੱਥੇ ਆਉਂਦਿਆਂ ਮੋਬਾਈਲ ਚੱਲ ਪਿਆ, ਨਹੀਂ ਤਾਂ ਮੈਂ ਸੁਣਾ ਇਹਦੇ ਆਈਸੀ ਖਰੇ ਉੜ ਗਏ, ਖਰੇ ਚੈੱਕ ਕਰਾਉਣਾ ਪੈਣਾ। ਲੈ ਇੱਥੇ ਉਦੋਂ ਦਾ ਬੜਾ ਸੋਹਣਾ ਚੱਲਦਾ। ਇਹ ਕਿਤੇ ਨਾ ਕਿਤੇ ਭਾਵੇਂ ਇਹ ਗੱਲਾਂ ਸਹਿਬਨ ਨੇ, ਪਰ ਇਹ ਗੱਲਾਂ ਜੁੜਦੀਆਂ ਨੇ, ਛੋਟੀਆਂ ਨੇ ਬੇਸ਼ੱਕ ਇਹ ਗੱਲਾਂ। ਭਾਵੇਂ ਤੁਸੀਂ ਜੇ ਅਲੱਗ ਕੋਈ ਸੁਣੂਗਾ ਤੁਹਾਡੀ ਗੱਲ ਕਹੂਗਾ ਕਿ ਪਾਣੀ ਪੈ ਗਿਆ ਜੀ, ਉਹ ਪਾਣੀ ਆਉਂਦਿਆਂ ਸੁੱਕ ਗਿਆ ਹੋਣਾ, ਪਰ ਨਾਰਮਲੀ ਦੇਖੀ ਤਾਂ ਨਾਰਮਲ ਹੈ ਵੀ ਉਹਦੇ ਕੋਲ ਉਹ ਖੀਰਾ ਖਾਂਦਾ, ਕੋਈ ਬਚਦਾ ਉਹਨੂੰ ਰੱਖਤਾ, ਨਾਰਮਲ ਹੈ। ਉਹ ਬਰਫੀ ਲੰਗਰਾਂ ਦੇ ਵੰਡਦੇ ਪਏ ਸੀ, ਉਹ ਚਲੀ ਗਈ, ਨਾਰਮਲ ਹੈ। ਪਰ ਗੱਲ ਤਾਂ ਜੁੜ ਗਈ ਨਾ ਵੀ ਜਦੋਂ ਕਹੀ ਉਹ ਚੀਜ਼ ਹਾਜ਼ਰ ਹੋ ਗਈ। ਤੇ ਇਹਦਾ ਮਤਲਬ ਕੀ ਹੈ ਵੀ ਉਸ ਵਾਹਿਗੁਰੂ ਦੀ, ਉਹਦੀ ਬਾਬੇ ਨਾਨਕ ਦੀ ਇੱਥੇ ਕਿਰਪਾ ਹੈ, ਉਹਦੀ ਕਲਾ ਵਰਤ ਰਹੀ ਹੈ। ਇਹ ਅੰਦੋਲਨ ਵਾਕਿਆ ਹੀ ਇਹ ਗੱਲ ਹੈ ਵੀ ਜਿੰਨੇ ਆਗੂ ਸਾਡੇ ਤੋਂ, ਚਲੋ ਤਾਂ ਬਜ਼ੁਰਗ ਆਗੂ ਨੇ ਸਾਡੇ ਵੱਡੇ, ਉਹਨਾਂ ਦੇ ਬੜੇ ਤਜਰਬੇ ਨੇ, ਸਾਡਾ ਕੱਦ ਨਹੀਂ ਸੀ ਏਡੇ ਅੰਦੋਲਨ ਦਾ। ਅਸੀਂ ਛੋਟੇ ਅੰਦੋਲਨ ਲੜੇ ਸੀ, ਮਿੱਲਾਂ ਦੇ ਗੰਨੇ ਦੀਆਂ ਦੇ ਲੜੇ ਸੀ। ਜਦੋਂ ਇਸ ਅੰਦੋਲਨ 'ਚ ਆਏ ਸਾਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਵੀ ਐਡਾ ਵੱਡਾ ਅੰਦੋਲਨ ਹੋ ਗਿਆ, ਇੰਨੀ ਦੁਨੀਆ ਆ ਗਈ ਯਾਰ। ਪਹਿਲੀ ਵਾਰੀ ਦੇਖਿਆ ਜ਼ਿੰਦਗੀ 'ਚ ਵੀ ਇੱਦਾਂ ਟਰਾਲੀਆਂ ਲੈ ਕੇ ਲੋਕ ਆ ਗਏ ਇੱਥੇ ਨੂੰ। ਤੇ ਪਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਸ ਮਾਲਕ ਨੇ ਸਾਨੂੰ, ਅੱਜ ਮੈਂ ਸਮਝਦਾ ਵੀ ਸਾਨੂੰ ਜਿਹੜੇ ਸਾਡੇ ਸੀਨੀਅਰ ਬਜ਼ੁਰਗ ਆਗੂ ਸੀ ਉਹਨਾਂ ਦੇ ਨਾਲ ਬੈਠਣ ਯੋਗ ਕਰਤਾ। ਇਹ ਇਸ ਅੰਦੋਲਨ ਦੀ ਦੇਣ ਹੈ। ਸੋ ਇਹ ਅੰਦੋਲਨ ਦੇ ਵਿੱਚ ਕਲਾ ਵਰਤ ਰਹੀ ਹੈ, ਇਹ ਉਹਦਾ ਭਾਣਾ ਵਰਤ ਰਿਹਾ ਇਸ ਅੰਦੋਲਨ ਦੇ ਵਿੱਚ। ਡਰ ਲੱਗਿਆ ਕਦੇ ਕਿਸੇ ਗੱਲ ਨੂੰ ਲੈ ਕੇ? ਨਹੀਂ, ਡਰ ਇੱਕ ਗੱਲੋਂ ਲੱਗਦਾ। ਡਰ ਮੈਂ ਕਈ ਵਾਰ ਨਾ ਸਾਡੇ ਜਿਹੜੇ ਨੌਜਵਾਨ ਆ ਉਹ ਤਕਾਲਾਂ ਨੂੰ ਕਿਤੇ ਨਾ ਕਿਤੇ ਲੋਕਲ ਲੋਕਾਂ ਨਾਲ ਫਸ ਪੈਂਦੇ, ਉਹ ਪੈ ਆਉਂਦਾ ਵਜ ਵੇਲੇ। ਕਿੰਨਾ ਕੁ ਲੋਕ ਸਬਰ ਕਰਨਗੇ, ਬੜੇ ਮੈਂ ਕਿੰਨਾ ਸਬਰ ਵਾਲੇ ਨੇ ਉਹ ਜਿਹੜੇ ਲੋਕ ਇੱਥੇ ਬੈਠੇ ਨੇ, ਉਹਨਾਂ ਨੂੰ ਮਾਲਕ ਨੇ ਸਬਰ ਬਖਸ਼ਿਆ। ਆਪਾਂ ਕਿਸੇ ਦੇ ਦਰਾਂ ਮੂਹਰੇ ਬੈਠੇ 8 ਮਹੀਨੇ ਤੋਂ ਆ ਕੇ, ਪਰ ਉਹ ਵਿਚਾਰੇ ਸਾਡੇ ਨਾਲ ਸਹਿਯੋਗ ਕਰ ਰਹੇ ਨੇ। ਸਾਡੇ ਮੁੰਡੇ ਕਈ ਵਾਰੀ ਤਕਾਲਾਂ ਨੂੰ ਇਕੱਠੇ ਹੁੰਦੇ ਆ, ਜੇ ਕੋਈ ਗੱਡੀ ਵਾਲਾ ਲੋਕਲ ਆ ਗਿਆ, ਕਦੇ ਉਹਦੇ ਲਾਠੀ ਮਾਰਤੀ, ਕਦੇ ਸ਼ੀਸ਼ਾ ਤੋੜਤਾ। ਉਸ ਵੇਲੇ ਭੈ ਆਉਂਦਾ ਵੀ ਅੰਦੋਲਨ ਜਿੰਨਾ ਵਧੀਆ ਸਮੂਥਲੀ ਚੱਲ ਰਿਹਾ, ਕਿਤੇ ਸਾਡਾ ਟਕਰਾਓ ਨਾ ਬਣ ਜਾਏ। ਫਿਰ ਅਸੀਂ ਤਰਲਾ ਵੀ ਕਰੀਦਾ। ਆਪਣੇ ਸਾਥੀ ਹੈ ਇੱਥੋਂ ਸਾਡੇ ਮੰਨੂ ਕੁਹਾੜ ਜੀ, ਉਹ ਲੋਕਲ ਸਾਥੀਆਂ ਦੇ ਵਾਕਫ ਨੇ, ਉਹਨਾਂ ਨੂੰ ਆਵਾਜ਼ ਮਾਰੀ ਦੀ ਆ ਵੀ ਆਓ ਯਾਰ ਆਪਾਂ ਲੋਕਲ ਪੰਚਾਇਤਾਂ ਦੀ ਜਾ ਕੇ ਤਰਲਾ ਮਿਹਨਤ ਕਰੀਏ। ਫਿਰ ਉਹਨਾਂ ਕੋਲ ਜਾਈਦਾ, ਕਈ ਵਾਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀਦੀ ਆ ਵੀ ਜੇ ਸਾਡੇ ਬੱਚਿਆਂ ਨੇ ਕੋਈ ਗਲਤੀ ਕੀਤੀ ਅਸੀਂ ਮਾਫੀ ਚਾਹੁੰਦੇ ਹਾਂ। ਇਸ ਗੱਲ ਦਾ ਭੈ ਹੈ ਵੀ ਇਸ ਅੰਦੋਲਨ ਦੇ ਵਿੱਚ 8 ਮਹੀਨੇ ਤੋਂ ਹੁਣ 550 ਤੋਂ ਵੱਧ ਸ਼ਹੀਦ ਹੋ ਗਏ, ਹਜ਼ਾਰਾਂ ਹੀ ਕਰੋੜ ਰੁਪਈਆ ਲੱਗ ਗਿਆ। ਜੇ ਇਸ ਅੰਦੋਲਨ ਨੂੰ ਅਸੀਂ ਆਪਸੀ ਕਿਤੇ ਟਕਰਾਓ ਕੋਈ ਪੈਦਾ ਹੋ ਗਿਆ ਤਾਂ ਅੰਦੋਲਨ ਨੂੰ ਆਪਾਂ ਕਿਤੇ ਨਾ ਕਿਤੇ ਕੋਈ ਸੱਟ ਮਾਰਤੀ, ਤੇ ਫਿਰ ਇਹ ਅੰਦੋਲਨ ਦਾ ਮਤਲਬ ਭੈ ਆਉਂਦਾ ਵੀ ਯਾਰ ਇਹ ਕਿਤੇ ਅੰਦੋਲਨ ਇਸ ਗੱਲੋਂ ਨਾ ਕਿਤੇ ਮਾੜਾ ਮੋਟਾ ਕਿਤੇ ਖਰਾਬ ਹੋ ਜੇ। ਇਸ ਕਰਕੇ ਅੰਦੋਲਨ ਦਾ ਹੋਰ ਕੋਈ ਡਰ ਭੈ ਨਹੀਂ, ਨਾ ਜਾਨ ਗਵਾਉਣ ਦਾ ਡਰ ਹੈ, ਨਾ ਇੱਥੇ ਲੰਬਾ ਚੱਲਣ ਦਾ ਕੋਈ ਡਰ ਹੈ ਵੀ ਜਿੰਨਾ ਚਿਰ ਮਰਜ਼ੀ ਚੱਲੇ। ਇਸ ਗੱਲ ਦਾ ਡਰ ਹੈ ਵੀ ਸਰਕਾਰ ਜਿਹੜੀ ਹਰ ਵੇਲੇ ਸਾਜ਼ਿਸ਼ ਕਰਦੀ ਹੈ
ਵੀ ਲੋਕਲ ਲੋਕਾਂ ਦਾ, ਜਿਵੇਂ ਪਿੱਛੇ ਬੀਜੇਪੀ ਵਾਲਿਆਂ ਤੋਂ ਕਹਾਤਾ ਵੀ ਜੀ ਅਸੀਂ ਤਾਂ ਇਹਦੇ ਵਿੱਚ ਦੀ ਮਾਰਚ ਕੱਢਣਾ, ਬੀਜੇਪੀ ਵਾਲਿਆਂ ਤੋਂ ਕਹਾਤਾ ਵੀ ਅਸੀਂ ਤਾਂ ਇਹ ਲੋਕ ਠਾਲਣੇ ਨੇ, ਇੱਥੋਂ ਸੜਕਾਂ ਖਾਲੀ ਕਰਾਉਣੀਆਂ। ਉਹ ਕਿਤੇ ਟਕਰਾਓ ਦੀ ਸਥਿਤੀ ਬਣ ਕੇ ਅੰਦੋਲਨ ਨੂੰ ਸੱਟ ਮਾਰਨੇ 'ਚ ਸਰਕਾਰ ਕਾਮਯਾਬ ਨਾ ਹੋ ਜਾਏ, ਇਸ ਗੱਲ ਦਾ ਡਰ ਲੱਗਦਾ, ਹੋਰ ਕੋਈ ਡਰ ਨਹੀਂ। ਹੋਰ ਤਾਂ ਬਿਲਕੁਲ ਚੜ੍ਹਦੀ ਕਲਾ 'ਚੋਂ ਆ। ਇਹ ਦ੍ਰਿੜ ਇਰਾਦੇ ਆ, ਪਰਿਵਾਰਾਂ ਨੂੰ ਕਹਿਤਾ ਹੋਇਆ ਵੀ ਇਹ ਹੁਣ 2024 ਤੱਕ ਵੀ ਚੱਲੂਗਾ। ਤੁਸੀਂ ਸਮਝ ਲਓ ਵੀ ਹੁਣ ਇਹ 2024 ਤੱਕ ਸਮਰਪਿਤ ਕਰਤੇ ਆਪਣੇ ਘਰਾਂ ਦੇ ਜੀ, ਵੀ ਇਹ ਅੰਦੋਲਨ ਲਈ ਸਮਰਪਿਤ ਨੇ। ਇਹ ਇਹਨਾਂ ਦਾ ਹੁਣ ਸੱਤ ਆਸ਼ਾ ਕਰ ਲਈ, ਨਾ ਕਰੋ ਕੁਛ ਵੀ। ਫਿਰ ਇੱਕ ਇਹ ਗੱਲ, ਦੂਸਰੀ ਗੱਲ, ਪੱਕੇ ਮਕਾਨ ਬਣਾ ਲਏ ਆਪਾਂ ਇੱਥੇ, ਹੁਣ ਤਾਂ ਰਹਿਣ ਦੀ ਵੀ ਕੋਈ ਪ੍ਰੋਬਲਮ ਨਹੀਂ। ਜਿਹੜੇ ਸਾਡੇ ਵੀਰ ਤਰਪੂਲਾਂ ਗੇੜਦੀਆਂ ਸੀ, ਉਹਨੀਆਂ ਬਾਂਸ ਦੀਆਂ ਜਿਹੜੀਆਂ ਝੁੱਗੀਆਂ ਉਹ ਪਾ ਲਈਆਂ ਪੱਕੀਆਂ। ਹਰ ਇੱਕ ਨੇ ਆਪਣਾ ਹੀਲਾ ਵਸੀਲਾ, ਕਿਸੇ ਨੇ ਸ਼ੀਟਾਂ ਪਾ ਕੇ ਕਰ ਲਿਆ ਲੋਹੇ ਦੀਆਂ, ਮਤਲਬ ਹਰ ਇੱਕ ਨੇ ਹੀਲਾ ਵਸੀਲਾ ਆਪਣਾ ਬਣਾ ਲਿਆ। ਇਸ ਕਰਕੇ ਹੋਰ ਕਿਸੇ ਗੱਲ ਦਾ ਭੈ ਨਹੀਂ, ਆਹੀ ਭੈ ਆ ਵੀ ਅੰਦੋਲਨ ਨੂੰ ਸਰਕਾਰ ਕੋਈ ਸ਼ਰਾਰਤ ਕਰਕੇ ਕਮਜ਼ੋਰ ਕਰਨ 'ਚ ਕਾਮਯਾਬ ਨਾ ਹੋ ਜਾਏ, ਇਸ ਗੱਲ ਦਾ ਭੈ ਬਣਿਆ ਰਹਿੰਦਾ, ਹੋਰ ਕੋਈ ਗੱਲ ਨਹੀਂ। ਮਨਜੀਤ ਰਾਏ ਹੁਣੀ ਇਮੋਸ਼ਨਲ ਹੋਏ ਕਦੇ ਅੰਦੋਲਨ ਨੂੰ ਲੈ ਕੇ? ਹੋਰ ਤਾਂ ਚਲੋ ਪਰਿਵਾਰਕ ਗੱਲਾਂ ਹੋ ਜਾਂਦੀਆਂ, ਬੰਦਾ ਇਮੋਸ਼ਨਲ ਹੋ ਜਾਂਦਾ। ਅੰਦੋਲਨ ਨੂੰ ਲੈ ਕੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਭ ਕੁਝ ਸਮਰਪਿਤ ਕਰਤਾ 2024 ਤੱਕ, ਘਰ ਵਾਲਿਆਂ ਨੂੰ, ਪਰਿਵਾਰਕ ਮੈਂਬਰਾਂ ਨੂੰ ਕਹਿਤਾ ਵੀ ਅਸੀਂ 2024 ਲਈ ਸਮਰਪਿਤ ਹਾਂ, ਅੰਦੋਲਨ ਨੂੰ ਲੈ ਕੇ ਇਮੋਸ਼ਨਲ ਹੋਏ ਹੋ ਕਦੇ? ਬਿਲਕੁਲ ਜੀ, ਬਿਲਕੁਲ। ਖਾਸ ਕਰ 26 ਨੂੰ ਹੋਏ, ਕਿਉਂਕਿ 26 ਜਨਵਰੀ ਨੂੰ ਮੇਰੀ ਡਿਊਟੀ ਲੱਗੀ ਹੋਈ ਸੀ ਐਜ਼ ਏ ਵਲੰਟੀਅਰ ਇੰਚਾਰਜ ਦੀ। ਤੇ ਜਦੋਂ ਅਸੀਂ ਉੱਥੇ ਪਹੁੰਚੇ ਹਾਂ ਮਕਰਵਾ ਚੌਂਕ ਤੇ, ਤਾਂ ਸਾਡੇ ਜਾਣ ਤੋਂ 5 ਮਿੰਟ ਪਹਿਲਾਂ ਮਕਰਵਾ ਉਹ ਜਿਹੜਾ ਚੌਂਕ ਟੁੱਟ ਗਿਆ। ਮੇਰੇ ਖਿਆਲ ਉਹ 11:09-10 ਤੇ ਟੁੱਟਿਆ, ਅਸੀਂ 11:15 ਪਹੁੰਚੇ ਹਾਂ। ਤੇ ਉਸ ਵੇਲੇ ਜਦੋਂ ਦਰਿਆ ਦਾ ਬੰਨ੍ਹ ਟੁੱਟ ਜੇ ਤਾਂ ਫਿਰ ਉਹਨੂੰ ਰੋਕਣਾ ਸੌਖਾ ਨਹੀਂ ਹੁੰਦਾ। ਅਸੀਂ ਉਸ ਲਈ ਕੋਸ਼ਿਸ਼ ਵੀ ਬੜੀ ਕੀਤੀ ਵੀ ਅੰਦੋਲਨ ਨੂੰ ਆਪਾਂ ਠੀਕ ਢੰਗ ਨਾਲ ਸਮੂਥਲੀ ਚਲਾ ਜਾਈਏ, ਕੋਈ ਗੜਬੜ ਨਾ ਹੋਵੇ, ਪਰ ਚਲੋ ਨਹੀਂ, ਅਸੀਂ ਉਹ 'ਚ ਕਾਮਯਾਬ ਨਹੀਂ ਹੋ ਸਕੇ। ਜਦੋਂ ਉਹ 'ਚ ਅਸੀਂ ਨਹੀਂ ਕਾਮਯਾਬ ਹੋ ਸਕੇ ਤਾਂ ਫਿਰ ਅਸੀਂ ਉੱਥੇ ਖਲੋ ਗਏ। ਫਿਰ ਸਾਡੇ ਆਗੂਆਂ 'ਚੋਂ ਇੱਕ ਸਾਡੇ ਆਗੂ ਨੇ ਕਹਿ ਦਿੱਤਾ, ਜਦੋਂ ਕਿਉਂਕਿ ਹੁਣ ਪ੍ਰੈਸ ਦਾ ਕੰਮ ਹੈ ਸਵਾਲ ਕਰਨਾ, ਕਿਉਂਕਿ ਉਹ ਤਾਂ ਪ੍ਰੈਸ ਨੇ ਤਾਂ ਮਤਲਬ ਸਵਾਲ ਕਰਨਾ ਹੀ ਹੁੰਦਾ ਹੈ। ਉਹ ਸਾਡੇ ਪ੍ਰੈਸ ਵਾਲੇ ਵੀਰ ਨੇ ਕਹਿ ਦਿੱਤਾ ਸਾਡੇ ਆਗੂ ਨੂੰ ਵੀ ਤੁਸੀਂ ਨਹੀਂ ਜਾਣਾ ਜੀ ਜਿੱਧਰ ਲੋਕ ਜਾ ਰਹੇ ਨੇ। ਤੇ ਉਹ ਕਹਿੰਦੇ ਜੀ ਵੀ ਆਗੂ ਸਾਡੇ ਕਹਿੰਦੇ ਵੀ ਨਹੀਂ, ਸਾਡਾ ਤਾਂ ਰੂਟ ਆਹ ਹੈ, ਜੇ ਤੁਸੀਂ ਖੜੇ ਆ। ਉਹਨਾਂ ਨੇ ਕਿਹਾ ਵੀ ਜਿਹੜੇ ਉਹ ਜਾ ਰਹੇ ਨੇ ਉਹ ਤੁਹਾਡੇ ਨਹੀਂ। ਤੇ ਉਹ ਸਾਡੇ ਆਗੂ ਨੇ ਕਹਿਤਾ ਨਹੀਂ, ਉਹ ਸਾਡੇ ਨੇ। ਫਿਰ ਮੈਂ ਭਾਵੁਕ ਹੋਇਆ ਵੀ ਯਾਰ, ਮਾਵਾਂ ਨੇ ਪੁੱਤ ਸਾਡੇ ਨਾਲ ਤੁਰੇ ਆ, ਉਹ ਭੈਣਾਂ ਨੇ ਭਰਾ ਸਾਡੇ ਨਾਲ ਤੁਰੇ ਆ, ਅਸੀਂ ਉਹ ਕੀ ਜਵਾਬ ਦੇਵਾਂਗੇ ਜੇ ਅੰਦਰ ਕੋਈ ਕੈਜੂਅਲਟੀ ਹੋ ਜਾਂਦੀ ਆ, ਸਰਕਾਰ ਅੰਦਰ ਕੋਈ ਗੋਲੀ ਚਲਾਉਂਦੀ ਆ, ਤੇ ਸਾਡੇ ਬੱਚਿਆਂ ਨੂੰ ਇਹ ਕਹੂਗੇ ਲੋਕ ਵੀ ਇਹ ਗੱਦਾਰਾਂ ਦੇ ਬੱਚੇ ਨੇ। ਹੁਣ ਤਾਂ ਯਾਰ ਗੋਲੀ ਵੀ ਵੱਜੇ ਤਾਂ ਪਹਿਲੀ ਮੇਰੀ ਹਿੱਕ 'ਚ ਵੱਜਣੀ ਚਾਹੀਦੀ ਆ। ਇੱਦਾਂ ਦਾ ਮਨ ਉਸਲੇ ਮਤਲਬ ਕਹਿ ਦਿਓ ਵੀ ਰੂੰਦੇ ਆ ਗਿਆ ਮਨ ਵੀ ਯਾਰ ਹੁਣ ਇਹ ਮਤਲਬ ਇੱਦਾਂ ਦਾ ਹੋਣਾ ਨਹੀਂ ਚਾਹੀਦਾ। ਕੋਈ ਹੋਰ ਸਾਡਾ ਮਾਂ ਦਾ ਪੁੱਤ ਜਾਣ ਤੋਂ ਪਹਿਲਾਂ ਸਾਡੀ ਵਾਰੀ ਲੱਗਣੀ ਚਾਹੀਦੀ ਆ। ਫਿਰ ਗਏ ਅਸੀਂ ਅੱਗੇ ਨੂੰ। ਇਹ ਇੱਦਾਂ ਦੇ ਹਾਲਾਤ ਉਸ ਵੇਲੇ ਮਨ ਬਣਿਆ ਵੀ ਯਾਰ ਕਿਉਂ ਅੱਜ ਇਹਨਾਂ ਨੂੰ ਛੱਡ ਕਿੱਦਾਂ ਦਈਏ ਇਕੱਲਿਆਂ, ਸਾਡੇ ਨੇ ਮੋੜ ਕੇ ਲਿਆਉਣੇ ਨੇ। ਉਸ ਵੇਲੇ ਮਨ ਭਾਵੁਕ ਹੋਇਆ ਤੇ ਫਿਰ ਗਏ ਵੀ ਗਾਹਾਂ ਨੂੰ। ਮੈਂ ਜੋ ਨਤੀਜਾ ਹੋਊ ਦੇਖਿਆ ਜਾਊ, ਪਰ ਇਹ ਨਹੀਂ ਹੋਣਾ ਚਾਹੀਦਾ ਵੀ ਸਰਕਾਰ ਗੋਲੀ ਚਲਾ ਦੇਵੇ ਤੇ ਅਸੀਂ ਆਗੂ ਕਾਹਦੇ ਲਈ ਮੋਹਰੇ ਕੀਤੇ ਨੇ। ਉਸ ਵੇਲੇ ਤਾਂ ਅਸੀਂ ਦਹਾੜਾ ਮਾਰ ਕੇ ਕਹੀਏ ਅਸੀਂ ਮੋਹਰੇ ਹੋਣਾ, ਤੇ ਫਿਰ ਗੋਲੀਆਂ ਬਗਾਨੇ ਪੁੱਤ ਖਾਣ, ਸਾਡੇ ਲੱਗਣੀ ਚਾਹੀਦੀ ਹੈ। ਇਸ ਕਰਕੇ ਉਸ ਵੇਲੇ ਭਾਵੁਕ ਹੋਏ, ਉਸ ਵੇਲੇ ਗਏ। ਦੂਜੀ ਵਾਰ ਭਾਵੁਕ ਹੋਇਆ ਜਦੋਂ ਮੈਂ ਸਮਝਿਆ ਵੀ ਹੁਣ ਟਿਕ ਗਿਆ, 28 ਨੂੰ ਯਾਰ ਗੇੜਾ ਮਾਰੇ ਇਹ ਘਰ। ਤੇ ਜਿਹੜੇ ਰਾਤ ਨੂੰ ਉਸ ਵੇਲੇ ਭਾਵੁਕ ਹੋਇਆ, ਮੈਂ ਮੁੰਡਿਆਂ ਨੂੰ ਕਿਹਾ, ਹੋਏ ਨਾਲ ਦੇ ਸਾਥੀ 3 ਗੱਡੀਆਂ 'ਚ ਅਸੀਂ ਗਏ ਸੀ ਇੱਥੋਂ, ਉਹਨਾਂ ਨੂੰ ਸਾਰਿਆਂ ਨੂੰ ਫੋਨ ਕਰਤੇ ਮੁੜੋ ਪਿੱਛੇ ਨੂੰ, ਅੱਜੇ ਹੀ ਜਾਣਾ ਰਾਤ। ਯਾਰ ਉੱਥੇ ਕੋਈ ਵਾਕਿਆ ਸਾਡੇ ਭਰਾਵਾਂ 'ਤੇ ਵਾਪਰ ਗਿਆ ਤੇ ਕਹਿਣਾ ਇਹ ਖਰੇ ਪੂਛ ਦਬਾ ਕੇ ਦੌੜ ਗਏ, ਪਿੱਠ ਦਿਖਾ ਕੇ ਦੌੜ ਗਏ। ਉਹ ਯਾਰ ਅਸੀਂ ਤਾਂ ਮਰਨ ਵਾਲੇ ਆ, ਪਿੱਠ ਕਿਵੇਂ ਦਿਖਾ ਦਾਂਗੇ? ਸਾਨੂੰ ਤਾਂ ਗੁਰੂ ਸਾਹਿਬ ਨੇ ਦੱਸਿਆ ਹੀ ਨਹੀਂ ਪਿੱਠ ਦਿਖਾਉਣੀ, ਅਸੀਂ ਕਿਵੇਂ ਪਿੱਠ ਦਿਖਾ ਦਿਆਂਗੇ? ਫਿਰ ਉੱਥੋਂ ਮੁੜੇ ਰਾਤ ਨੂੰ, ਫਿਰ ਇੱਥੇ ਪਹੁੰਚੇ ਵੀ ਇਸ ਅੰਦੋਲਨ ਨੂੰ ਆਪਾਂ ਟਿਕਾ ਕੇ ਰੱਖਣਾ। ਸੋ ਇੱਦਾਂ ਦੀਆਂ ਗੱਲਾਂ 2-3 ਵਾਰ ਹੋਈਆਂ ਜਿਹੜੀਆਂ ਭਾਵੁਕ ਜਿਹਨੇ ਕੀਤਾ, ਬਹੁਤ ਮਨ ਦੇ ਵਿੱਚ ਆਇਆ, ਦਰਦ ਵੀ ਆਇਆ ਵੀ ਇਹ ਨਹੀਂ ਹੋਣਾ ਚਾਹੀਦਾ ਇੱਦਾਂ। ਪਰ ਚਲੋ ਇਹ ਉਤਾਰ ਚੜਾਅ ਹੁੰਦੇ ਆ ਅੰਦੋਲਨ 'ਚ, ਇਹੀ ਤਜਰਬਾ ਹੁਣ ਜ਼ਿੰਦਗੀ 'ਚ ਅਸੀਂ ਰੋਜ਼ ਸਿੱਖ ਰਹੇ ਹਾਂ। ਬਹੁਤ ਬਹੁਤ ਧੰਨਵਾਦ ਰਾਏ ਸਾਹਿਬ ਜੀ, ਬਹੁਤ ਬਹੁਤ ਧੰਨਵਾਦ ਜੀ। ਮਨਜੀਤ ਰਾਏ ਸਾਡੇ ਨਾਲ ਮੌਜੂਦ ਸਨ। ਮਨਜੀਤ ਰਾਏ ਹੁਣਾਂ ਦੇ ਨਾਲ ਗੱਲਾਂ ਹੋਈਆਂ, ਅੰਦੋਲਨ ਨੂੰ ਲੈ ਕੇ ਖੁੱਲ੍ਹ ਕੇ ਚਰਚਾ ਹੋਈ ਹੈ। ਮਨਜੀਤ ਰਾਏ ਹੁਣੀ ਕਹਿੰਦੇ ਕਿ 26 ਜਨਵਰੀ ਨੂੰ ਇਮੋਸ਼ਨਲ ਹੋਏ ਸੀ, ਫਿਰ 28 ਤਰੀਕ ਨੂੰ ਭਾਵੁਕ ਹੋ ਗਏ ਜਦੋਂ ਇਹ ਪਤਾ ਲੱਗਿਆ ਕਿ ਬੀਜੇਪੀ ਦੇ ਲੋਕ ਜਿਨ੍ਹਾਂ ਨੇ ਪੱਥਰਬਾਜ਼ੀ ਸ਼ੁਰੂ ਕਰਤੀ ਸੀ ਸਿੰਘੂ ਬਾਰਡਰ ਤੇ ਆ ਕੇ, ਫਿਰ ਇਸ ਤਰ੍ਹਾਂ ਦੇ ਹਾਲਾਤ ਜਦੋਂ ਬਣੇ ਤਾਂ ਫਿਰ ਕਹਿੰਦੇ ਕਿ ਘਰਦਿਆਂ ਨੂੰ ਇਹ ਗੱਲ ਕਹਿ ਕੇ ਆਏ ਆ ਕਿ 2024 ਤੱਕ ਅਸੀਂ ਆਪਣਾ ਆਪ ਅੰਦੋਲਨ ਲਈ ਸਮਰਪਿਤ ਕੀਤਾ ਹੈ ਔਰ ਸਾਥੋਂ ਆਸ ਉਮੀਦ ਘਰ ਦੇ ਕੰਮਾਂ ਕਾਜਾਂ ਲਈ ਨਾ ਰੱਖਿਓ। ਇਸ ਤਰ੍ਹਾਂ ਦੀ ਡੈਡੀਕੇਸ਼ਨ ਦੇ ਨਾਲ ਲੋਕ ਲੱਗੇ ਹੋਏ ਨੇ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ ਤੋਂ ਲੋਕ ਆ ਕੇ ਜਿਹੜੇ ਕਿਸਾਨ ਆਗੂ ਡਟ ਕੇ
ਸਰਕਾਰ ਦੇ ਸਾਹਮਣੇ ਬੈਠੇ ਆ ਕੇ ਅੰਦੋਲਨ ਕਰ ਰਿਹਾ। ਡਿਮਾਂਡ ਇੱਕੋ ਇੱਕ ਕੀਤੀ ਜਾ ਰਹੀ ਹੈ ਕਿ ਖੇਤੀਬਾੜੀ ਕਾਨੂੰਨ ਕੇਂਦਰ ਸਰਕਾਰ ਰੱਦ ਕਰੇ ਤੇ ਇਹ ਲੋਕ ਵਾਪਸ ਉਹ ਆਪਣੇ ਘਰਾਂ ਨੂੰ ਮੁੜ ਜਾਣ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ।